ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਖੇਤੀ ਕਾਨੂੰਨਾਂ ਦੇ ਚੱਲਦਿਆਂ ਜੋ ਰੇਟ ਘਾਲ ਲਗਾਤਾਰ ਵਧਦਾ ਜਾ ਰਿਹਾ, ਪੰਜਾਬ ਦਾ ਕਿਸਾਨ ਅੱਜ ਪੂਰੇ ਦੇਸ਼ ਦੇ ਕਿਸਾਨ ਦੇ ਨਾਲ ਦਿੱਲੀ ਬਾਰਡਰਾਂ ਤੇ ਬੈਠਾ, ਉਹਦੇ ਨਾਲ ਹੀ ਮਹਾ ਰੈਲੀਆਂ ਦਾ ਜੋ ਦੌਰ ਆ ਉਹ ਵੀ ਲਗਾਤਾਰ ਜਾਰੀ ਹੈ। ਪਰ ਇਹ ਖੇਤੀ ਕਾਨੂੰਨਾਂ ਦੀ ਸ਼ੁਰੂਆਤ ਕਿੱਥੋਂ ਹੋਈ ਸੀ, ਗੱਲ ਕਰਦੇ ਹਾਂ ਸਾਡੇ ਨਾਲ ਅਰਥ ਸ਼ਾਸਤਰੀ RS ਘੁੰਮਣ ਨੇ। ਖੇਤੀ ਕਾਨੂੰਨਾਂ ਦੀ ਜੇ ਗੱਲ ਕਰੀਏ, ਬੇਸ਼ੱਕ ਇਹ ਕਹਿੰਦੇ ਕਿ ਹੁਣ ਕਾਨੂੰਨ ਆਏ ਸਾਲ ਹੋਇਆ, ਪਰ ਇਹਦੀ ਜੇ ਸ਼ੁਰੂਆਤੀ ਦੌਰ ਦੀ ਗੱਲ ਸ਼ੁਰੂਆਤ ਕਿੱਥੋਂ? ਸ਼ੁਰੂਆਤ ਮੈਂ ਪਹਿਲਾਂ ਦੱਸਦਾ ਕਿ 1991 'ਚ ਜਦੋਂ ਨਿਊ ਇਕਨੋਮਿਕ ਪਾਲਿਸੀ ਆਈ ਤਾਂ ਉਹਦੇ 3 ਪਿਲਰ ਸੀਗੇ। ਇੱਕ ਤਾਂ ਅਸੀਂ ਨਿੱਜੀਕਰਨ, ਇੱਕ ਉਦਾਰੀਕਰਨ ਤੇ ਇੱਕ ਸੰਸਾਰੀਕਰਨ। ਇਹ ਤਿੰਨੋਂ ਪਿਲਰ ਉਸ ਤੋਂ ਵੀ ਪਹਿਲਾਂ ਜੋ WTO ਦੇ ਬਾਰੇ ਗੱਲ ਹੋ ਰਹੀ ਸੀ, ਡੰਕਲ ਪ੍ਰਪੋਜ਼ਲਸ, ਉਸ ਤੋਂ ਪਹਿਲਾਂ ਵਾਸ਼ਿੰਗਟਨ ਕੰਸੈਂਸਸ, ਉਸ ਤੋਂ ਪਹਿਲਾਂ ਜਿਹੜਾ ਉਹ ਸ਼ਿਕਾਗੋ ਸਕੂਲ ਆਫ ਥਾਟ, ਉਸ ਤੋਂ ਪਹਿਲਾਂ ਨਿਊ ਲਿਬਰਲਿਜ਼ਮ, ਇਹ ਸਾਰਾ ਇੱਕ ਲਾਈਨ 'ਚ ਚੱਲਦਾ ਹੈ। ਔਰ ਇਹ 91 ਤੋਂ ਪਹਿਲਾਂ ਆਲਮੋਸਟ ਇਹਨਾਂ ਨੇ ਕੋਈ 30-40 ਸਾਲ ਇਹ ਵਰਤਾਰਾ ਚੱਲਦਾ ਰਿਹਾ ਅਤੇ ਉਸ ਨੇ ਡਿਸਮੈਂਟਲ ਕਰਕੇ ਤੇ ਸਾਰੇ ਸਟੇਟਾਂ ਨੂੰ, ਮਤਲਬ ਸਾਰੇ ਕੰਟਰੀਜ਼ ਨੂੰ, ਹਿੰਦੁਸਤਾਨ ਵਿੱਚ ਹੈ ਉਹਨਾਂ ਨੂੰ, ਕਿਉਂਕਿ ਹਿੰਦੁਸਤਾਨ WTO ਦਾ ਸਿਗਨੇਟਰੀ ਹੈ, ਅਤੇ ਉਹ ਸਾਰੇ ਪ੍ਰੋਸੈਸ 'ਚ 1991 'ਚ ਜਦੋਂ ਆਰਥਿਕ ਸੁਧਾਰ ਆਉਂਦੇ ਨੇ ਤਾਂ ਆਰਥਿਕ ਸੁਧਾਰਾਂ ਵਿੱਚ ਇਹ ਇਨਬਿਲਟ ਸੀ। ਜਿਹੜਾ ਇਹਨੂੰ ਫਰਦਰ ਕੀਤਾ ਉਹ ਕੀਤਾ WTO ਨੇ, ਜਿਹੜੀ ਸੰਸਾਰ ਵਪਾਰ ਸੰਸਥਾ, ਉਹ 1995 ਅਪ੍ਰੈਲ 'ਚ ਲਾਗੂ ਹੋ ਗਿਆ ਔਰ ਐਗਰੀਮੈਂਟ ਔਨ ਐਗਰੀਕਲਚਰ ਜਿਹੜਾ ਉਹਦਾ ਹਿੱਸਾ ਹੈ। ਔਰ ਪਹਿਲੀ ਵਾਰ ਜਿਹੜਾ ਹੈ ਇਹ ਐਗਰੀਕਲਚਰ ਜਿਹੜਾ ਹੈ ਉਹ ਮਲਟੀਲੇਟਰਲ ਟ੍ਰੇਡ, ਬਹੁਪੱਖੀ ਵਪਾਰ ਦਾ ਹਿੱਸਾ ਬਣਿਆ। ਅਦਰਵਾਈਜ਼ ਪਹਿਲਾਂ ਹਿੱਸਾ ਹੀ ਨਹੀਂ ਸੀ, ਜਿਹੜਾ ਹਰ ਸਟੇਟ ਆਪਣੀ ਮਰਜ਼ੀ ਨਾਲ ਕਰਦੀ ਸੀ। ਉਹਦੇ 'ਚ ਪੇਟੈਂਟ ਸੀ, ਸੀਡਸ ਦਾ, ਹੋਰ ਸਾਰਾ ਟਰਮੀਨੇਟਰ ਸੀਡ ਟੈਕਨੋਲੋਜੀ ਇਹਨਾਂ ਨੇ ਲੈਣ ਦੀ ਕਿਸਾਨ ਨੂੰ ਪੂਰਾ ਜਕੜ ਦਿੱਤਾ ਔਰ ਨਾਲ ਇਹ ਲਿਮਟ ਲਾਤੀ ਕਿ 10% ਜਿਹੜਾ ਟੋਟਲ ਫਰਜ਼ ਕਰੋ ਹਿੰਦੁਸਤਾਨ 'ਚ ਜਿਹੜਾ ਵੀ ਐਗਰੀਕਲਚਰ ਪ੍ਰੋਡਿਊਸ ਹੁੰਦਾ ਉਹਦੀ ਮਾਰਕੀਟ ਵੈਲਿਊ ਲਾ ਕੇ ਅਤੇ ਉਹਦੇ 10% ਤੋਂ ਵੱਧ ਤੁਸੀਂ ਸਬਸਿਡੀ ਨਹੀਂ ਦੇ ਸਕਦੇ। ਅਤੇ ਇਹ ਐਜ਼ ਇਟ ਇਜ਼ 1986 ਔਰ 88 ਦਾ ਜਿਹੜਾ ਆਧਾਰ ਬਣਾ ਕੇ ਕਿ ਜਿਹੜੀ ਉਦੋਂ ਸੀਗੀ ਉਹਦਾ 10%। ਸੋ ਇਸੇ ਤਰ੍ਹਾਂ ਉਹਨਾਂ ਦੇ ਗ੍ਰੀਨ ਬਾਕਸ ਲਿਆਂਦਾ, ਐਂਬਰ ਬਾਕਸ ਲਿਆਂਦਾ, ਜਿਹੜਾ ਉਹ ਉਹਨਾਂ ਵਿੱਚ ਬਲੂ ਬਾਕਸ ਵੀ ਸੀ। ਜਿਹੜੇ ਸਾਡੇ ਫਾਰਮਰ ਨੇ ਉੱਥੇ ਤਾਂ 500 ਏਕੜ 1000 ਏਕੜ ਤੋਂ ਸ਼ੁਰੂ ਹੁੰਦਾ, ਵੱਡੇ ਫਾਰਮਰ ਨੇ। ਸਾਡੇ ਫਾਰਮਰ ਤਾਂ 25 ਹੈਕਟੇਅਰ ਤੇ ਖਤਮ ਹੋ ਜਾਂਦੇ ਨੇ ਔਰ ਸਾਡਾ ਜਿਹੜਾ 87% ਫਾਰਮਰ ਹੈ ਉਹ 5 ਏਕੜ ਤੱਕ ਹੈ। ਅਤੇ ਉਹਨਾਂ ਨੂੰ ਵਿਚਾਰਿਆਂ ਨੇ ਉਹ ਨਹਾਉਣਾ ਕੀ ਅਤੇ ਨਿਚੋੜਨਾ ਕੀ, ਅਤੇ ਉਹਨਾਂ ਨੂੰ ਤੁਸੀਂ ਸਬਸਿਡੀ ਨਹੀਂ ਦਿਓਗੇ ਤਾਂ ਹੋਰ ਕੀ ਕਰੋਗੇ। ਦੂਜੇ ਪਾਸੇ ਜਿੰਨੇ ਡਿਵੈਲਪਡ ਵਰਲਡ ਹੈ ਇਹਨਾਂ ਨੇ ਪਹਿਲਾਂ ਵੀ ਐਗਰੀਕਲਚਰ ਸਬਸਿਡੀਆਂ ਦੇ ਕੇ, ਹੈਵੀਲੀ ਸਬਸਿਡੀਆਂ ਦੇ ਕੇ ਡਿਵੈਲਪ ਕੀਤੀ, ਅਤੇ ਅੱਜ ਦੀ ਡੇਟ 'ਚ ਵੀ ਉਹ ਪ੍ਰਾਈਸ ਸਬਸਿਡੀ ਨਾਲੋਂ ਜਿਹੜਾ ਉਹ ਗ੍ਰੀਨ ਸਬਸਿਡੀ ਦੇ ਰਹੇ ਨੇ ਕਿ ਇਨਫਰਾਸਟਰਕਚਰ ਕਿਸਾਨ ਦਾ ਬਣਾਉਣ ਲਈ, ਮਸ਼ੀਨਰੀ ਬਣਾਉਣ ਲਈ ਜਾਂ ਹੋਰ ਉਹਦਾ ਇੰਟਰਸਟ ਸਬਵੈਂਸ਼ਨ, ਬਿਲੀਅਨਸ ਆਫ ਡਾਲਰਸ ਸਬਸਿਡੀ ਜਿਹੜੀ ਆ ਉਹਨਾਂ ਨੂੰ ਦੇ ਰਹੇ ਨੇ। ਔਰ ਉਹਨਾਂ ਦੇ ਕਿਸਾਨ ਕਿੰਨੇ ਨੇ? 2% ਟੋਟਲ। ਸਾਡੇ ਕਿਸਾਨ 50% ਹੈ ਔਰ ਉਹ ਬਿਲੀਅਨਸ ਆਫ ਡਾਲਰਸ ਉਹਨਾਂ ਨੂੰ ਦੇ ਕੇ। ਮੈਂ ਬੜੇ ਕੰਟਰੀ, ਯੂਰਪ ਵੀ ਵਿਜ਼ਿਟ ਕੀਤਾ, ਅਮਰੀਕਾ ਵੀ ਵਿਜ਼ਿਟ ਕੀਤਾ। ਰੀਸੈਂਟਲੀ ਮੈਂ 2019 'ਚ ਜਦ ਮੈਂ ਅਮਰੀਕਾ ਗਿਆ ਤਾਂ ਮੈਨੂੰ ਪਤਾ ਲੱਗਿਆ ਕਿ 250 ਏਕੜ ਤੱਕ ਦੇ ਫਾਰਮਰ ਜਿਹੜੇ ਨੇ ਨਾ ਉਹ ਸਸਟੇਨ ਨਹੀਂ ਕਰ ਰਹੇ। 250 ਏਕੜ ਹਾਂ, ਪਰ ਉਹ ਤਾਂ ਨਹੀਂ, ਉਹ ਅਮਰੀਕਾ ਸਸਟੇਨ ਨਹੀਂ ਕਰ ਪਾ ਰਹੇ, ਉਹਨਾਂ ਨੂੰ ਸਬਸਿਡੀਆਂ ਦੇ ਕੇ ਰੱਖ ਰਹੇ ਨੇ। ਅਤੇ ਸਾਡੇ ਫਾਰਮਰ ਵੀ ਜਿਹੜੇ ਆ, ਮੇਰੀ ਆਪਣੀ ਸਟੱਡੀ ਹੈ ਕਿ 80% ਫਾਰਮਰਸ ਨੇ ਕਿਹਾ 3 ਸਾਲ ਪਹਿਲਾਂ ਪੰਜਾਬ ਦਿਆਂ ਨੇ ਕਿ ਅਸੀਂ ਖੇਤੀ 'ਚ ਆਪਣੇ ਬੱਚਿਆਂ ਨੂੰ ਨਹੀਂ ਰੱਖਣਾ ਚਾਹੁੰਦੇ ਕਿਉਂਕਿ ਕ੍ਰਾਈਸਿਸ ਹੈ। NSSO ਜਿਹੜਾ ਗੌਰਮੈਂਟ ਆਫ ਇੰਡੀਆ ਦਾ ਸਟੈਟਿਸਟੀਕਲ ਆਫਿਸ ਹੈ, ਉਹਨਾਂ ਨੇ ਡੇਟਾ ਦਿੱਤਾ ਕਿ 40% ਫਾਰਮਰ ਜਿਹੜੇ ਨੂੰ ਖੇਤੀ ਛੱਡਣਾ ਚਾਹੁੰਦੇ ਨੇ, ਪਰ ਆਲਟਰਨੇਟ ਕੋਈ ਨਹੀਂ ਹੈ। ਇਹ ਜਿਹੜੇ ਨਵੇਂ ਕਾਨੂੰਨ ਹੈ, ਜੋ ਕੁਛ ਹੋ ਰਿਹਾ, ਇਹ ਉਸੇ ਲਾਈਨ 'ਚ 1991 ਤੋਂ ਜਿਹੜੇ ਸੁਧਾਰ ਆ ਰਹੇ ਨੇ ਔਰ ਇਸ ਗੌਰਮੈਂਟ ਨੇ ਉਹਨਾਂ ਸੁਧਾਰਾਂ 'ਚ ਇੰਨੀ ਸਪੀਡ ਐਡ ਕਰ ਦਿੱਤੀ ਕਿ ਕੋਈ ਸੋਸ਼ਲ ਇਵੈਂਟ ਰੱਖਿਆ ਹੀ ਨਹੀਂ। ਔਰ ਜਿਹੜਾ ਬੇਰੁਜ਼ਗਾਰੀ ਹੈ ਉਹ 45 ਸਾਲਾਂ 'ਚ 6% ਹੋ ਗਈ, ਹਾਈਐਸਟ ਹੈ, ਹੁਣ ਵੀ ਵੱਧ ਰਹੀ ਹੈ। ਤੁਸੀਂ ਜੇ ਮੈਂ ਕਹਿੰਦਾ 14.5 ਕਰੋੜ ਫਾਰਮਰ ਆ ਹਿੰਦੁਸਤਾਨ ਦਾ, ਜੇ ਉਹਦੇ 'ਚੋਂ ਕੱਲ੍ਹ ਨੂੰ ਇਹਨਾਂ ਕਾਨੂੰਨਾਂ ਕਰਕੇ 3 ਕਰੋੜ ਵੀ ਅਨਐਮਪਲਾਇਡ ਹੋ ਗਏ, ਬੇਰੁਜ਼ਗਾਰ ਹੋ ਗਿਆ, ਅਤੇ ਉਹਨਾਂ ਨੂੰ ਕਿੱਥੇ ਰੁਜ਼ਗਾਰ ਦਿਓਗੇ? ਕਿਵੇਂ? ਫੂਡ ਸਿਕਿਉਰਿਟੀ ਤੁਸੀਂ ਘਟਾ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਅਸੀਂ ਹੁਣ 40% 'ਤੇ ਲੈਣੀ ਹੈ, PDS ਜਿਹੜਾ ਉਹ ਘਟਾ ਕੇ। ਅਤੇ ਇਹ ਜਿਹੜਾ ਸਾਰਾ ਸਿਲਸਿਲਾ ਹੈ ਇਹ ਆਮ ਆਦਮੀ ਦੀ ਸਰਵਾਈਵਲ ਕਿਵੇਂ ਹੋਊਗੀ? ਜਿਹੜਾ ਦੂਜਾ ਫਾਰਮਰ ਹੈ ਨਾ, ਉਹ ਤਾਂ ਵਿਚਾਰਾ ਆਪਣਾ ਪ੍ਰੋਫੈਸ਼ਨ ਵੀ, ਆਕੂਪੇਸ਼ਨ ਵੀ ਹੈ, ਅਤੇ ਉਹਦੇ ਮੁਤਾਬਕ ਉਹ ਆਪਣਾ ਗੁਜ਼ਾਰਾ ਜਿਹਾ ਕਰ ਰਿਹਾ, ਸਸਟੇਨ ਕਰ ਰਿਹਾ ਕਿਸੇ ਨਾ ਕਿਸੇ ਤਰ੍ਹਾਂ, ਜਿਹੜਾ ਉਹ ਇੱਕ ਸਬਸਿਸਟੈਂਸ ਲੈਵਲ 'ਤੇ ਰਹਿ ਰਿਹਾ। ਅਤੇ ਉਹੀ ਫਾਰਮਰ ਆ ਜਿਹੜਾ 86-90% ਹੈ, ਜਿਹਨੂੰ ਹੋਰ ਕਿਤੇ ਕੋਈ ਇਵੈਂਟ ਨਹੀਂ ਮਿਲ ਰਿਹਾ। ਬੱਚੇ
ਉਹਦੇ ਪ੍ਰੋਪਰ ਨਹੀਂ ਪੜ੍ਹ ਰਹੇ, ਸਿਹਤ ਸਹੂਲਤਾਂ ਉਹਨੂੰ ਪ੍ਰੋਪਰ ਨਹੀਂ ਮਿਲ ਰਹੀਆਂ, ਈਵਨ ਇੰਸਟੀਟਿਊਸ਼ਨਲ ਜਿਹੜਾ ਬੈਂਕਾਂ ਤੋਂ ਕਰਜ਼ਾ ਉਹਨੂੰ ਘੱਟ ਮਿਲਦਾ ਹੈ, ਉਹਦੇ ਕੋਲੇ ਈਵਨ ਪਾਣੀ ਦੇ ਸਾਧਨ ਵੀ ਹੈ ਨਹੀਂਗੇ। ਸੋ ਇਹ ਸਾਰਾ ਕੁਝ ਮਿਲਾ ਕੇ ਇਹ ਫਾਰਮਰਸ ਦੇ ਤੇ ਹਿੰਦੁਸਤਾਨ ਦੀ ਜਿਹੜੀ ਗਰੀਬ ਜਨਤਾ ਹੈ, ਤੇ ਖਾਸ ਕਰਕੇ ਜਦੋਂ ਤੁਸੀਂ ਜ਼ਖੀਰੇਬਾਜ਼ੀ ਤੇ ਹੋਰਡਿੰਗ ਤੇ ਸਟੋਰੇਜ ਦਾ ਕੋਈ ਲਿਮਿਟ ਨਹੀਂ ਰਹਿਣ ਦਿੱਤੀ, ਤਾਂ ਇਹਦਾ ਮਤਲਬ ਹੈ ਕਿ 5-7 ਲੋਕ ਜੇ ਸਟੋਰੇਜ ਕਰ ਲੈਂਦੇ ਨੇ ਸਾਰੀ ਅਨਾਜ ਦੀ, ਤਾਂ ਉਹ ਫਿਰ ਆਪਣੀ ਕੀਮਤ ਤੇ ਵੇਚਣਗੇ। ਮੋਨੋਪੋਲੀ ਤੇ ਆ ਕੇ ਭੁੱਖਮਰੀ। ਮੈਂ ਤੁਹਾਨੂੰ ਇੱਕ ਦੱਸਦਾ ਕਿ 1943 ਚ ਜਦੋਂ ਵੈਸਟ ਬੰਗਾਲ ਚ ਬ੍ਰਿਟਿਸ਼ ਪੀਰੀਅਡ ਵੇਲੇ ਕਾਲ ਪਿਆ, ਤਾਂ ਉਹ ਕਾਲ ਨਾਲ ਕਈ ਲੱਖ ਲੋਕ ਮਰ ਗਏ। 5 ਲੱਖ ਤਾਂ ਰਿਕਾਰਡ ਹੈ। ਉਹ ਇਸ ਕਰਕੇ ਨਹੀਂ ਮਰੇ ਕਿ ਉਹਨਾਂ ਤੁਹਾਡੇ ਕੋਲ ਅਨਾਜ ਨਹੀਂ ਹੈਗਾ, ਇਸ ਕਰਕੇ ਕਿ ਉਹਨਾਂ ਨੂੰ ਅਨਾਜ ਖਰੀਦ ਨਹੀਂ ਸਕੇ, ਲੈ ਨਹੀਂ ਸਕੇ। ਉਹ ਅੱਜ ਵੀ ਉਹ ਹਾਲਤ ਹੈ। ਜਿਹੜੇ ਆਪਾਂ ਕਹਿੰਦੇ ਕਿ ਬਫਰ ਸਟਾਕ ਆਪਣੇ ਕੋਲ ਬਹੁਤ ਜ਼ਿਆਦਾ ਹੋ ਗਏ, 80 ਮਿਲੀਅਨ ਟਨ 90 ਮਿਲੀਅਨ ਟਨ ਹੈ, ਉਹ ਇਸ ਕਰਕੇ ਹੈ ਕਿ ਬਹੁਤ ਸਾਰੇ ਲੋਕਾਂ ਕੋਲੇ ਪਰਚੇਜਿੰਗ ਪਾਵਰ ਨਹੀਂ, ਅੰਡਰ ਨੋਰਿਸ਼ਡ ਹੈ, ਭੁੱਖ ਮਰੀ ਹੈ, ਹੋਰ ਸਾਰਾ ਜਿਹੜਾ ਸਿਲਸਿਲਾ ਹੈ ਉਹ ਜੇ ਅੱਜ ਉਹਨਾਂ ਨੂੰ ਪ੍ਰੋਪਰ ਮਿਲੇ ਜਾਂ ਉਹਨਾਂ ਕੋਲ ਰੁਜ਼ਗਾਰ ਹੋਵੇ ਜਾਂ ਉਹਨਾਂ ਕੋਲ ਖਰੀਦ ਸ਼ਕਤੀ ਹੋਵੇ, ਤਾਂ ਤੁਹਾਡੇ ਹੀ ਬਫਰ ਸਟਾਕ ਜਿਹੜੇ ਹੈ ਇਹ ਰਹਿਣੇ ਨਹੀਂ। ਦੇਸ਼ ਦਾ ਅਨਪੜ੍ਹ ਵਾਲੇ ਕਿਸਾਨ ਦੀ ਗੱਲ ਚੱਲਦੀ ਆ। ਅਕਾਲ ਦੇ ਟਾਈਮ ਬਹੁਤ ਲੋਕਾਂ ਦੀ ਡੈਥ ਵੀ ਹੋਈ। ਜੇ ਕਿਸਾਨਾਂ ਦੀ ਸੁਸਾਈਡ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਆંકੜੇ ਦੇਸ਼ ਅੰਦਰ ਕੀ ਹੈ? ਜਿਹੜੇ ਸਰਕਾਰੀ ਅੰਕੜੇ ਨੇ ਹੁਣ ਤੱਕ ਨੈਸ਼ਨਲ ਕ੍ਰਾਈਮ ਬਿਊਰੋ ਰਿਕਾਰਡ ਦੇ ਮੁਤਾਬਕ, ਉਹ 4 ਲੱਖ ਤੋਂ ਉੱਪਰ ਪਿਛਲੇ 20 ਸਾਲਾਂ 'ਚ, ਮਤਲਬ 4 ਲੱਖ ਸਮਥਿੰਗ ਜਿਹੜੇ ਉਹ ਸੁਸਾਈਡ ਕਰ ਲਏ ਨੇ। ਔਰ ਬਹੁਤੇ ਸੁਸਾਈਡ ਜਿਹੜੇ ਉੱਥੇ ਹੋਏ ਨੇ, ਜਿਵੇਂ ਮਹਾਰਾਸ਼ਟਰ ਹੈ, ਆਂਧਰਾ ਹੈ, ਪੰਜਾਬ ਹੈ, ਜਾਂ ਜਿੱਥੇ ਗ੍ਰੀਨ ਰੈਵੋਲੂਸ਼ਨ ਕਾਫੀ ਸਕਸੈਸਫੁਲ ਹੈ। ਪਰ ਪੰਜਾਬ ਦੇ ਵਿੱਚ ਹੀ ਹੁਣ ਤੱਕ ਜਿਹੜੇ 18,000 ਦੇ ਕਰੀਬ ਗਵਰਨਮੈਂਟ ਦੇ ਆਪਣੇ ਅੰਕੜੇ ਜਿਹੜੇ 2000 ਤੋਂ ਲੈ ਕੇ 2016 ਤੱਕ ਸਟੱਡੀ ਹੈ, 3 ਯੂਨੀਵਰਸਿਟੀਆਂ ਨੇ ਕੀਤੀ ਸਟੱਡੀ, ਉਹਦੇ ਵਿੱਚ ਕੋਈ 16,606 ਫਾਰਮਰ ਜਿਹੜੇ ਨੇ ਉਹਨਾਂ ਨੇ ਸੁਸਾਈਡ ਕੀਤਾ, ਤੇ ਉਹ 2016 ਤੱਕ ਹੈ। ਹੁਣ 20 ਆ ਗਿਆ, ਤੁਸੀਂ 1000 ਵੀ ਹੋਰ ਜੋੜੋ ਤੇ 20,000 ਹੋ ਗਿਆ, ਜਿਹੜਾ ਕਿ ਇੰਨਾ ਕੁ ਤਾਂ ਸਾਲ 'ਚ ਹੋ ਹੀ ਜਾਂਦਾ। ਸੋ ਇਹ ਕਿਸਾਨਾਂ ਦਾ ਫਿਰ ਤੇ ਨਾ ਹੀ ਕੋਈ ਪ੍ਰੋਪਰ ਉਹਨਾਂ ਬਾਰੇ ਕੋਈ ਪਾਲਿਸੀ ਆਪਾਂ ਲਿਆ ਰਹੇ, ਨਾ ਹਿੰਦੁਸਤਾਨ ਦੇ ਲੈਵਲ ਤੇ ਨਾ ਸਟੇਟਾਂ ਦੇ ਲੈਵਲ ਤੇ। ਔਰ ਜਿਸ ਕਿਸਮ ਨਾਲ ਆਪਾਂ ਇਹ ਕਾਨੂੰਨਾਂ ਦਾ ਆਰਗੂਮੈਂਟ ਕਰ ਰਹੇ ਹਾਂ ਕਿ ਕਿਸਾਨਾਂ ਦੇ ਹਿੱਤ ਵਿੱਚ ਹੈ, ਤਾਂ ਉਲਟਾ ਸਵਾਲ ਇਹ ਬਣਦਾ ਕਿ ਫਿਰ ਲੱਖਾਂ ਕਿਸਾਨ ਜਿਹੜੇ ਨੇ ਉਹ ਐਜੀਟੇਟ ਕਿਉਂ ਕਰ ਰਹੇ? ਉਹਨਾਂ ਨੂੰ ਸ਼ੌਕ ਹੈ ਕਿ ਉੱਥੇ ਜਾ ਕੇ ਉਹ ਬਾਰਡਰ ਤੇ ਆਪਣਾ ਬਹੁਤ ਐਡਵਰਸ ਹਾਲਤਾਂ 'ਚ ਬੈਠੇ ਰਹਿਣ, ਐਜੀਟੇਸ਼ਨ ਕਰਨ, ਬੱਚੇ, ਬਜ਼ੁਰਗ, ਔਰਤਾਂ, ਹੈ ਨਾ। ਸੋ ਅੰਦੋਲਨ ਚੱਲ ਰਿਹਾ, ਕਿਸਾਨਾਂ ਦੀ ਮੰਗ ਹੈ ਕਿ ਕਾਨੂੰਨ ਰੱਦ ਕੀਤੇ ਜਾਣ। ਸਿੱਧਾ ਸਵਾਲ ਕਰਾਂਗੇ ਕਿ ਕਾਨੂੰਨ ਰੱਦ ਕਰਨ ਦੇ ਨਾਲ ਕਿਸਾਨਾਂ ਦੇ ਹਾਲਾਤ ਸੁਧਰ ਜਾਣਗੇ ਜਾਂ ਕੁਝ ਹੋਰ ਐਡ ਕਰਨਾ ਚਾਹੀਦਾ ਕਿਸਾਨਾਂ ਦੇ ਹਾਲਾਤ ਸੁਧਾਰਨ ਲਈ? ਕਿਉਂਕਿ 4 ਲੱਖ ਦੇ ਕਰੀਬ ਮੌਤਾਂ ਹੋਣਾ ਇੱਕ ਬਹੁਤ ਵੱਡਾ ਆંકੜਾ ਦੇਸ਼। ਦੇਖੋ, ਇਹਨੂੰ ਨਾ ਹੋਰ ਤਰ੍ਹਾਂ ਦੇਖਣਾ ਚਾਹੀਦਾ ਕਿ ਇਹ ਕਾਨੂੰਨ ਜੇ ਰੱਦ ਨਹੀਂ ਹੁੰਦੇ ਤਾਂ ਕਿਸਾਨਾਂ ਦਾ ਸੰਕਟ ਹੋਰ ਵਧੇਗਾ। ਇਹ ਤਾਂ ਹੈਗਾ ਹੀ ਹੈ ਨਾ। ਤੇ ਜੇ ਰੱਦ ਹੁੰਦੇ ਨੇ ਤਾਂ ਐਟਲੀਸਟ ਵਧੇਗਾ ਨਹੀਂ। ਪਰ ਕਿਸਾਨਾਂ ਦਾ ਤੇ ਖੇਤੀ ਦਾ ਸੰਕਟ ਜਿਹੜਾ ਨਾ ਇਹਨਾਂ ਕਾਨੂੰਨਾਂ ਨਾਲ ਸ਼ੁਰੂ ਹੋਇਆ, ਕਿਉਂਕਿ ਇਹਨਾਂ ਕਾਨੂੰਨਾਂ ਦਾ ਅਸਰ ਆਉਣਾ ਹੈ, ਤੇ ਨਾ ਹੀ ਇਹਨਾਂ ਨਾਲ ਖਤਮ ਹੋਣਾ ਹੈ। ਜਿਹੜਾ ਮੇਰੀ ਸਮਝ ਵਿੱਚ ਇਹ ਹੈ ਕਿ ਐਟਲੀਸਟ ਮੈਨੂੰ ਲੱਗਦਾ ਕਿ ਕੋਈ 20-25 ਸਾਲਾਂ ਤੋਂ ਜਿਹੜਾ ਕਿਸਾਨੀ ਦਾ ਸੰਕਟ ਚੱਲ ਰਿਹਾ ਹੈ, ਉਹਦੇ ਵਿੱਚ ਇਹ ਹੈ ਕਿ ਲੈਂਡ ਤੇ ਜਿਹੜਾ ਕਿਰਤ ਦਾ ਭਾਰ ਹੈ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈ, ਤੇ ਪਰ ਕੈਪੀਟਾ ਜਿਹੜੀ ਕਿਸਾਨ ਦੇ ਪਰਿਵਾਰ ਦੀ ਆਮਦਨ ਹੈ ਪ੍ਰਤੀ ਜੀ ਉਹ ਘਟ ਰਹੀ ਹੈ। ਉਹਨੂੰ ਕੋਈ ਹੋਰ ਆਲਟਰਨੇਟ ਨਾਨ ਫਾਰਮ 'ਚ ਰੁਜ਼ਗਾਰ ਨਹੀਂ ਮਿਲ ਰਿਹਾ, ਤੇ ਉਹ ਵਿਚਾਰਾ ਮਤਲਬ ਹੋਰ ਵੀ ਗਰੀਬ ਹੋਈ ਜਾ ਰਿਹਾ ਪਹਿਲਾਂ ਨਾਲੋਂ। ਸੋ ਇਸ ਕਰਕੇ ਸੰਕਟ ਤਾਂ ਪਹਿਲਾਂ ਵੀ ਹੈਗਾ ਸੀ, ਤੇ ਐਕਚੁਅਲੀ ਇਹ ਕਾਨੂੰਨ ਉਸ ਸੰਕਟ ਨੂੰ ਐਡਰੈਸ ਨਹੀਂ ਕਰ ਰਹੇ। ਹੋਣਾ ਤੇ ਇਹ ਚਾਹੀਦਾ ਕਿ ਜਿਹੜਾ ਉਹ ਸੰਕਟ ਹੈ ਉਹਦੀ ਨਿਸ਼ਾਨਦੇਹੀ ਕਰਕੇ ਕੰਪਰੀਹੈਂਸਿਵ ਇੱਕ ਜਿਹੜਾ ਪਾਲਿਸੀ ਬਣਾਈ ਹੈ। ਮੈਂ ਅੱਜ ਵੀ ਇਸ ਦਾ ਹਾਮੀ ਹਾਂ ਕਿ ਈਵਨ ਇਫ ਜੇ ਕਾਨੂੰਨ ਆਪਾਂ ਰੱਦ ਵੀ ਕਰ ਦਿੰਦੇ ਹਾਂ ਤਾਂ ਉਸ ਦੇ ਨਾਲ ਇੱਕ ਕੰਪਰੀਹੈਂਸਿਵ ਇਹਦੀ ਰਿਵਿਊ ਹੋਵੇ ਸਾਰਾ, ਕਿ ਆਫਟਰ ਆਲ ਡਾਇਗਨੋਸ ਤਾਂ ਕਰੋ ਕਿ ਕਿਸਾਨ ਕਿਉਂ ਕ੍ਰਾਈਸਿਸ ਨੇ, ਖੇਤੀ ਕਿਉਂ ਕ੍ਰਾਈਸਿਸ ਹੈ, ਕਿਸਾਨ ਕਿਉਂ ਸਭ ਸੁਸਾਈਡ ਕਰ ਰਿਹਾ ਹੈ ਨਾ, ਉਹ ਘਿਰਿਆ ਹੋਇਆ ਮਹਿਸੂਸ ਕਿਉਂ ਕਰ ਰਿਹਾ ਕਿਸਾਨ। ਉਹ ਜਿੰਨਾ ਚਿਰ ਤੁਸੀਂ ਉਹਨੂੰ ਐਡਰੈਸ ਨਹੀਂ ਕਰਦੇ, ਡਾਇਗਨੋਸ ਨਹੀਂ ਕਰਕੇ ਕੋਈ ਜਿਹੜੇ ਕਰੈਕਟਿਵ ਮੈਜਰਸ ਨਹੀਂ ਲੈਂਦੇ, ਉਹਨਾਂ ਚਿਰ ਤੱਕ ਤੁਸੀਂ ਹੱਲ ਨਹੀਂ ਕਰ ਸਕਦੇ। ਇਕਨੋਮੀ ਦੀ ਟਰਮ ਆ ਛੁਪੀ ਹੋਈ ਬੇਰੁਜ਼ਗਾਰੀ ਜਿਹਨੂੰ ਕਹਿੰਦੇ, ਤੁਸੀਂ ਇਕਨੋਮਿਸਟ ਹੋ, ਕਿਉਂਕਿ ਖੇਤੀ ਵਿੱਚ ਉਹ ਜ਼ਿਆਦਾ ਯੂਜ਼ ਕੀਤਾ ਜਾਂਦਾ, ਕਿਉਂਕਿ ਛੁਪੀ ਬੇਰੁਜ਼ਗਾਰੀ ਖੇਤੀ 'ਚ ਬਹੁਤ ਆ, ਉਹਦਾ ਕੀ ਹੱਲ? ਦੇਖੋ, ਐਕਚੁਅਲੀ ਇਹ ਹੈ ਕਿ ਜੇ ਤੁਸੀਂ 8 ਘੰਟੇ ਦੀ ਦਿਹਾੜੀ ਲਾਓ ਤਾਂ ਖੇਤੀ ਦੇ ਵਿੱਚ ਜਿਹੜਾ, ਜੇ ਤੁਸੀਂ ਪੰਜਾਬ ਦੀ ਖੇਤੀ ਉਹ ਲਾ ਲਓ ਤਾਂ 3 ਮਹੀਨਿਆਂ ਤੋਂ ਵੱਧ ਕੰਮ ਨਹੀਂ ਹੈਗਾ, ਔਰ ਬਾਕੀ ਦੇ 9 ਮਹੀਨੇ ਉਹ ਕੀ ਕਰਨ? ਇਹ ਗੱਲ ਰੈਗਨਰ ਨਰਕਸੇ ਇੱਕ ਇਕਨੋਮਿਸਟ ਹੋਏ ਨੇ, ਉਹਨਾਂ ਨੇ 1950 'ਚ ਕਨਸੈਪਟ ਦਿੱਤਾ ਸੀ ਕਿ ਜਿਹੜਾ ਐਗਰੀਕਲਚਰ ਦੇ ਵਿੱਚ ਛੁਪੀ ਹੋਈ ਬੇਰੁਜ਼ਗਾਰੀ,
ਤੇ ਇਹ ਐਕਚੁਅਲੀ ਲੱਗਦਾ ਇਹ ਹੈ ਕਿ ਖੇਤੀ 'ਚ ਘਰੇ ਵੀ ਸਵੇਰੇ ਉੱਠ ਕੇ ਇੱਕ ਵਾਰੀ ਕੰਮ ਕਰ ਲਿਆ, ਬਾਕੀ ਦਿਹਾੜੀ ਕੋਈ ਕੰਮ ਨਹੀਂ ਮਿਲ ਰਿਹਾ, ਤੇ ਲੱਗਦਾ ਤੇ ਇਹ ਹੈ ਕਿ ਉਹ ਬਾਰੁਜ਼ਗਾਰ ਨੇ, ਪਰ ਐਕਚੁਅਲੀ ਬੇਰੁਜ਼ਗਾਰ ਨੇ। ਜੇ ਤੁਸੀਂ ਖੇਤੀ 'ਚੋਂ, ਮੈਂ ਇੱਥੇ ਸਟੱਡੀਜ਼ ਹੈਗੀ ਨੇ ਕਾਸਟ ਆਫ ਕਲਟੀਵੇਸ਼ਨ ਦੀਆਂ, ਕਿ ਪੰਜਾਬ ਦੇ ਵਿੱਚ ਪਿਛਲੇ ਮੇਰੇ ਖਿਆਲ 10 ਸਾਲ 15-20 ਸਾਲਾਂ 'ਚ ਘੱਟੋ ਘੱਟ ਵੀ ਜਿਹੜਾ ਉਹ ਕੋਈ ਕਰੋੜਾਂ ਮੈਂਡੇਜ਼ ਰੁਜ਼ਗਾਰ ਦੇ ਖੇਤੀ 'ਚੋਂ ਖਤਮ ਹੋ ਗਏ ਨੇ। ਤੇ ਤਾਂ ਹੀ ਤਾਂ ਤੁਹਾਡੇ ਪੰਜਾਬ 'ਚੋਂ ਜਾਂ ਹੋਰ ਹਿੰਦੁਸਤਾਨ ਦਾ ਕ੍ਰਾਈਸਿਸ ਹੈ, ਤਾਂ ਹੀ ਤਾਂ ਬੇਰੁਜ਼ਗਾਰੀ ਵੱਧ ਰਹੀ ਹੈ, ਤਾਂ ਹੀ ਤੁਹਾਡੀ ਜਿਹੜਾ ਯੂਥ ਹੈ ਉਹ ਬਾਹਰ ਜਾਂਦਾ, ਭਾਵੇਂ ਲੀਗਲ ਭਾਵੇਂ ਇਲੀਗਲ ਤਰੀਕੇ ਨਾਲ। ਸੋ ਇਹ ਜਿਹੜਾ ਉਹ ਬੇਰੁਜ਼ਗਾਰੀ ਤਾਂ ਹੈ ਹੀ। ਇਹਦਾ ਮਤਲਬ ਉਹਨਾਂ ਦਾ ਕੋਲ ਪਰ ਕੈਪੀਟਾ ਜਿਹੜੀ ਸਾਧਨ ਹੈ ਜਾਂ ਰਿਸੋਰਸਿਸ ਨੇ ਜਾਂ ਆਮਦਨ ਹੈ, ਉਹ ਇੱਕ ਅੱਛੀ ਲਿਵਿੰਗ ਲਈ ਹੈ ਨਹੀਂ। ਲਾਸਟ ਤੇ ਜਾਂਦੇ ਜਾਂਦੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟਾਂ ਦੀ ਗੱਲ ਹੁੰਦੀ ਆ, ਹਰ ਵਾਰੀ ਹੁੰਦੀ ਆ, ਚੋਣਾਂ ਵੇਲੇ ਵੀ ਹੁੰਦੀ ਆ, ਤੇ ਉਹ ਕਿੰਨੀਆਂ ਕੁ ਸਾਰਥਕ ਨੇ ਕਿਸਾਨਾਂ ਦੇ? ਉਹ ਬੜਾ ਇੰਟਰਸਟਿੰਗ ਹੈ। ਦੇਖੋ, ਜੇ ਤਾਂ ਸਵਾਮੀਨਾਥਨ MSP ਮਿਲ ਜਾਂਦੀ ਹੈ ਤਾਂ ਰਾਹਤਾਂ ਕੁਛ ਮਿਲੇਗੀ ਫਾਰਮਰਸ ਨੂੰ, ਕਿਉਂਕਿ ਮੈਂ ਤੁਹਾਨੂੰ 2 ਅੰਕੜੇ ਦੱਸਦਾ ਕਿ ਇਹ ਸਰਕਾਰ ਨੇ ਕਿਹਾ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਜਿਹੜਾ ਉਹ ਲਾਗੂ ਕਰਤਾ 2019 'ਚ, ਪਰ ਲਾਗੂ ਕੀ ਕੀਤਾ? A2+FL ਕਿ A2 ਵੇਰੀਏਬਲ ਕਾਸਟ ਜੋ ਕਿਸਾਨ ਆਪਣੀ ਪਾਕਟ ਚੋਂ ਖਰੀਦਦਾ ਹੈਗਾ ਇਨਪੁਟ ਖੇਤੀ ਵਾਸਤੇ, ਔਰ ਫੈਮਿਲੀ ਲੇਬਰ ਜਿਹੜਾ, ਇਹ ਦੋਵੇਂ ਚੀਜ਼ਾਂ ਰਲ ਕੇ ਉਹਨਾਂ ਨੇ MSP ਫਿਕਸ ਕੀਤੀ। ਔਰ ਮੈਂ ਉਹਦਾ ਕਾਫੀ ਵੱਡੀ ਐਕਸਰਸਾਈਜ਼ ਕੀਤੀ ਹੈ। ਉਹਦੇ ਵਿੱਚ ਇਹ ਆਇਆ ਕਿ ਉਹ A2+FL 50% ਐਡ ਕਰਕੇ MSP ਉਹਨਾਂ ਨੇ ਦਿੱਤੀ ਹੈ। ਉਹ ਉਸ ਦੇ ਹਿਸਾਬ ਨਾਲ ਨਾ ਉਸ ਦੇ ਹਿਸਾਬ ਨਾਲ ਗਵਰਨਮੈਂਟ ਠੀਕ ਹੈ, ਪਰ ਕਿਸਾਨ ਤੇ ਸਵਾਮੀਨਾਥਨ ਉਹ ਨਹੀਂ ਕਹਿ ਰਹੇ। ਕਿਸਾਨ ਕਹਿ ਰਿਹਾ C2+50%। C2 ਦਾ ਮਤਲਬ ਹੁੰਦਾ ਕਿ ਜੋ ਤੁਸੀਂ ਤੁਹਾਡਾ ਇੱਕ ਜੋ ਤੁਹਾਡੇ ਕੋਲ ਇਨਵੈਸਟਮੈਂਟ ਕੀਤੀ ਹੈ ਫਿਕਸਡ ਕਾਸਟ, ਉਹਦੇ ਇੰਟਰਸਟ ਕੰਪਿਊਟ ਉਹ ਵੀ ਵਿੱਚ ਪਾਓ, ਬਾਕੀ ਚੀਜ਼ਾਂ ਜਿਹੜਾ ਤੁਹਾਡੇ ਹੋਰ ਰੈਂਟ ਵਿੱਚ ਪਾਓ ਲੈਂਡ ਦਾ, ਹੋਰ ਸਾਰਾ ਕਰ ਕੁਰਾ ਕੇ ਉਹ ਜਿੰਨਾ ਚਿਰ ਤੁਸੀਂ ਉਹ ਨਹੀਂ ਪਾਉਂਦੇ ਉਹ ਅੱਛਾ। ਮੈਂ ਫਿਰ ਮੇਰੇ ਕੋਲ ਸਾਰੇ ਅੰਕੜੇ ਪਹੁੰਚ ਗਏ ਇਹਨਾਂ ਦੀ, ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਐਨੂਅਲ ਰਿਪੋਰਟਸ ਹੈ ਖੇਤੀ ਦੀਆਂ, ਉਹਨਾਂ 'ਚ ਮੈਂ ਵਰਕਆਊਟ ਕੀਤਾ ਕਿ 14,000 ਇਕੱਲੇ ਪੰਜਾਬ ਦੇ ਵਿੱਚ ਕਣਕ ਤੇ ਝੋਨੇ ਤੇ ਜੋ ਮਾਰਕੀਟ 'ਚ ਆਇਆ 19-20 'ਚ, ਉਸ ਨੂੰ C2+50% ਜੋੜ ਕੇ ਤੇ A2 ਜਿਹੜੀ MSP ਹੈ ਉਹਦਾ ਫਰਕ ਕੱਢ ਕੇ ਵੇਖ ਲਓ, ਉਹ 2 ਫਸਲਾਂ ਤੇ 1 ਸਾਲ ਦੇ ਵਿੱਚ 14,296 ਕਰੋੜ ਰੁਪਈਆ ਪੰਜਾਬ ਦੇ ਫਾਰਮਰਸ ਨੂੰ ਹੋਰ ਮਿਲ ਜਾਂਦਾ ਜੇ ਸਵਾਮੀਨਾਥਨ ਮਿਲਦੀ ਤਾਂ। ਸੋ ਸਵਾਮੀਨਾਥਨ ਨਹੀਂ ਹੈ, ਇਹ ਸਵਾਮੀਨਾਥਨ ਤੋਂ ਥੱਲੇ ਹੈ। ਕਿਸਾਨ ਉਹ ਸਵਾਮੀਨਾਥਨ ਮੰਗ ਰਹੇ ਨੇ, ਜਿਹੜੀ ਸਵਾਮੀਨਾਥਨ ਕਿਹਾ ਉਹ ਹੈ C2 ਕਾਸਟ +50%। ਸੋ ਕਿਸਾਨਾਂ ਦੇ ਜੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਅੰਦਰ ਜੋ ਕਿਸਾਨਾਂ ਦੇ ਹਾਲਾਤ ਨੇ ਬਹੁਤ ਬੁਰੇ ਨੇ। ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 20 ਸਾਲਾਂ ਦੇ ਵਿੱਚ ਤਕਰੀਬਨ ਦੇਸ਼ ਅੰਦਰ 4 ਲੱਖ ਤੋਂ ਵੱਧ ਕਿਸਾਨ ਸੁਸਾਈਡ ਕਰ ਚੁੱਕੇ ਨੇ, ਤੇ ਹਲੇ ਤੱਕ ਵੀ ਸਰਕਾਰ ਸਵਾਮੀਨਾਥਨ ਜੋ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਨਹੀਂ ਕਰਦੀ। ਸੋ ਸੋਚਣਾ ਹੋਵੇਗਾ ਕਿ ਸਰਕਾਰ ਇਸ ਪ੍ਰਤੀ ਕੀ ਸੋਚਦੀ ਹੈ। ਚੰਡੀਗੜ੍ਹ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਫਰ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।